ਦੇਸ਼ ਦੁਨੀਆ ਚ ਵਾਸਤੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਸਰਦਾਰ ਸਾਹਿਬ, ਸਿਕੰਦਰ ਸਿੰਘ ਮਲੂਕਾ ਆਪਣੀ ਫੇਸਬੁੱਕ ਪੇਜ ਤੇ ਕਾਹਦੇ ਆ ਗਏ? ਅੱਧੀ ਦੁਨੀਆ ਕਮਲੀ ਹੋਈ ਫਿਰਦੀ ਹੈ ਕਿ ਬਾਦਲ ਕਿਆਂ ਦੇ ਖਿਲਾਫ ਬਗਾਵਤ ਹੋ ਗਈ। वैसे मौसम बदले तो है नहीं। ਮੀਡੀਆ ਵਾਲੇ ਜ਼ਬਰਦਸਤ ਚਲਾ ਰਹੇ ਸੀਗੇ ਕਿ ਸੁਖਬੀਰ ਸਿੰਘ ਬਾਦਲ ਔਰ ਬਾਦਲ ਪਰਿਵਾਰ ਲਈ ਇੱਕ ਨਵਾਂ ਝੰਜਟ, ਭਾਈਵਾਲਾਂ ਦੇ ਖਿਲਾਫ ਸਿਕੰਦਰ ਸਿੰਘ ਮਲੂਕਾ ਨੇ ਖੋਲਿਆ ਮੋਰਚਾ, ਬਗਾਵਤ ਦੀ ਕਨਸੋ, ਪਤਾ ਨਹੀਂ ਕਿਹੜੇ ਕਿਹੜੇ ਟਾਈਟਲ ਤੇ ਸਰਲੇਖ ਲਾ ਲਾ ਕੇ ਵੱਡੀਆਂ ਵੱਡੀਆਂ ਗੱਲਾਂ ਹੋ ਰਹੀਆਂ ਸੀ। ਤੇ ਮੈਂ ਅਸ਼ੋਪਲੇ ਜੇ ਸਰਦਾਰ ਸਿਕੰਦਰ ਸਿੰਘ ਮਲੂਕਾ ਦੇ ਇਤਿਹਾਸ ਪਿੱਛੇ ਅਤੀਤ ਵੱਲ ਝਾਤੀ ਮਾਰਦਾ ਪਿਆ ਸੀ ਬਈ ਇਹ ਤਾਂ ਕਦੇ ਜ਼ਿੰਦਗੀ ਭਰ ਬਾਦਲਾਂ ਦੀ ਪੈੜ ਚੋਂ ਪੈਰ ਕੱਢਦੇ ਨਜ਼ਰ ਨਹੀਂ ਆਏ। ਬਗਾਵਤ ਕੀ, ਇਹ ਤਾਂ ਮੈਨੂੰ ਲੱਗਦਾ ਉਹਨਾਂ ਵੱਲ ਪਿੱਠ ਵੀ ਕਦੇ ਨਹੀਂ ਕੀਤੀ ਹੋਣੀ ਜ਼ਿੰਦਗੀ ਦੇ ਵਿੱਚ। ਇੱਕ ਕਹਾਵਤ ਹੁੰਦੀ ਸੀ ਨਾ ਕਿ ਲੈ ਫਲਾਣੇ ਤੇਰੇ ਪਿੰਡ ਵੱਲ ਕਦੀ ਪਿੱਠ ਕਰਕੇ ਵੀ ਨਹੀਂ ਲੱਗਣਾ ਹੈ, ਉਧਰ ਨੂੰ ਮੂੰਹ ਕਰਕੇ ਦੂਜੇ ਪਿੰਡਾਂ ਨੂੰ ਪਿੱਠ ਕਰਕੇ ਪਿਛਲਖੁਰੀ ਨਿਕਲ ਜਾਣਾ। ਔਰ ਜਿੰਨੀ ਜ਼ਿਆਦਾ ਨੇੜਤਾ ਸਰਦਾਰ ਮਲੂਕਾ ਦੀ ਬਾਦਲ ਪਰਿਵਾਰ ਨਾਲ ਹੈ ਔਰ ਜਦੋਂ ਤੱਕ ਸੱਤਾ ਰਹੀ ਹੈ ਉਦੋਂ ਤੱਕ, ਉਹਦੇ ਤੋਂ ਬਾਅਦ ਹੁਣ ਤੱਕ ਕਦੇ ਇਹ ਕੰਸੋਲ ਨਹੀਂ ਮਿਲੀ ਕਿ ਮਲੂਕਾ ਸਾਹਿਬ ਨੇ ਕਿਤੇ ਬਾਦਲਾਂ ਨੂੰ ਕੋਈ ਜਿਤਾਇਆ ਹੋਵੇ, ਕੋਈ ਜਿਤਾਰਿਆ ਹੋਵੇ, ਹਰਗਿਜ਼ ਨਹੀਂ। ਅਸਲ ਦੇ ਵਿੱਚ ਸਵਾਲ ਇਹ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸੋਚਦੇ ਹੋਣਗੇ ਘਰ ਬੈਠੇ, ਮੈਂ ਹੀ ਤੇ ਇਸ਼ਾਰਾ ਦਿੱਤਾ ਸੀ, ਇਹ ਸਾਡੀ ਸੁਣਦੇ ਨਹੀਂ। ਹੁਣ ਕਦੇ ਹਰਿਆਣੇ ਚ ਝਟਕਾ, ਕਦੇ ਦਿੱਲੀ ਚ ਝਟਕਾ, ਕਦੇ ਸਾਡੇ ਸ਼ਰੀਕਾਂ ਨਾਲ ਮੀਟਿੰਗਾਂ। ਤੇ ਚਲੋ ਮਲੂਕਾ ਸਾਹਿਬ ਨੂੰ ਥੋੜਾ ਜਿਹਾ ਟੇਢਾ ਜਿਹਾ ਕਰਕੇ ਵੇਖਦੇ ਆ, ਥੋੜਾ ਜਿਹਾ ਉੱਪਰਲਿਆਂ ਨੂੰ ਹਿਲਾ ਕੇ ਵੇਖਦੇ ਆ ਤੇ ਕਹਿੰਦੇ ਹੁਣ ਇਹ ਕੀਤਾ ਤੇ ਮੈਂ ਸੀ ਤੇ ਲੋਕ ਮੇਰੇ ਹੀ ਖਿਲਾਫ ਭੁਗਤੀ ਜਾਂਦੇ ਆ, ਮੇਰੀ ਤੇ ਕੋਈ ਚਾਲ ਹੀ ਸਿੱਧੀ ਨਹੀਂ ਪੈਣ ਦਿੰਦੇ। ਦੇਖੋ ਉਹਨਾਂ ਦਾ ਦਰਦ ਬੜਾ ਜਾਇਜ਼ ਆ। ਵੈਸੇ ਇਹ ਨਾ ਘਾਗ ਸਿਆਸਤਦਾਨਾਂ ਦਾ ਇੱਕ ਪੈਂਤੜਾ ਆ। ਮੈਂ ਬਹੁਤਿਆਂ ਨੂੰ ਨਹੀਂ ਜਾਣਦਾ। ਮੈਂ ਜਥੇਦਾਰ ਗੁਰਚਰਨ ਸਿੰਘ ਟੋਡਾ ਦੇ ਟਾਈਮ ਦੇ ਉੱਤੇ ਸ਼੍ਰੋਮਣੀ ਕਮੇਟੀ ਦੀ ਨੌਕਰੀ ਕੀਤੀ। ਕਈ ਵਾਰੀ ਹੁੰਦਾ ਸੀ ਵੀ ਕੋਈ ਐਸਾ ਵੀ ਮੌਕਾ ਆਉਂਦਾ ਸੀ ਕਿਸੇ ਨੂੰ ਵੱਧ ਘੱਟ ਵੀ ਕਹੀ ਜਾਂਦੀ ਸੀ, ਤੇ ਜਦੋਂ ਕਿਤੇ ਸ਼ਿਕਾਇਤ ਪ੍ਰਧਾਨ ਜੀ ਕੋ ਜਾਂਦੇ ਸੀ, ਉਹ ਛੱਡੋ ਕਾਕਾ, ਜੇ ਤੁਸੀਂ ਨਾ ਕਹੋਗੇ ਤੇ ਮੈਂ ਸਾਰੀਆਂ ਗੱਲਾਂ ਆਪ ਹੀ ਥੋੜੋ ਕਹੀ ਜਾਣੀਆਂ। ਹੁਣ ਜੇ ਤੁਸੀਂ ਕਹਿਤੀ ਤੇ ਕੋਈ ਮੇਰੇ ਕੋਲ ਆ ਕੇ ਤਾਂ ਮੈਂ ਕਹਾਂਗਾ ਚਲੋ ਕੋਈ ਗੱਲ ਨਹੀਂ, ਦੇਖ ਲੈਂਦੇ ਆ। ਸੋ ਹਾਲਾਤ ਇਹੀ ਆ ਕਿ ਹੁਣ ਜਦੋਂ ਇਸ ਵੇਲੇ ਪੂਰਾ ਜਿਹਨੂੰ ਕਹਿ ਲਓ ਕਿ ਉਧਰੋਂ ਢੀਂਡਸਿਆਂ ਦਾ ਦਬਾਅ ਬਣਦਾ ਪਿਆ, ਉਧਰੋਂ ਜਿਹੜੇ ਬਾਬਾ ਗੁਰਪ੍ਰੀਤ ਰੰਧਾਵਾ ਨੇ ਉਹਨਾਂ ਨੇ ਯੂਥ ਵਿੰਗ ਦਾ 5 ਮੈਂਬਰੀ ਗਰੁੱਪ ਛੱਡ ਦਿੱਤਾ ਅੱਗੇ, ਭਾਈ ਰਣਜੀਤ ਸਿੰਘ ਜਿਹੜਾ ਫੀਲਡ ਦੇ ਵਿੱਚ ਵੱਧ ਰਿਹਾ, ਔਰ ਆਮ ਆਦਮੀ ਪਾਰਟੀ ਜਿਹੜੀ ਕੋਈ ਮੌਕਾ ਨਹੀਂ ਦੇ ਰਹੀ। ਅਮਰ ਅਰੋੜਾ ਦੇਖੋ ਥਾਂ ਥਾਂ ਤੇ ਫੈਲਦਾ ਪਿਆ। ਔਰ ਐਸੇ ਮੌਕੇ ਤੇ ਜਦੋਂ ਆਪਣੇ ਹੀ ਭਾਈਵਾਲ ਇਹ ਦੁਬਾਰਾ ਕਹਿ ਦੇਣ ਵੀ 59 ਸੀਟਾਂ ਲੈਣੀਆਂ ਜੇ ਐਤਕੀ, ਤੇ ਫਿਰ ਕਿਸੇ ਨਾ ਕਿਸੇ ਨੂੰ ਤੇ ਕਹਿਣਾ ਹੀ ਪੈਂਦਾ ਵੀ ਚੱਲ ਭਾਈ ਤੂੰ ਬੋਲ ਪਾ, ਠੀਕ ਹੈ। ਜੇ ਕਿਤੇ ਹੋ ਜਾਏਗੀ ਮਾੜੀ ਮੋਟੀ ਤੇ ਕਹਿ ਦਾਂਗੇ ਚਲੋ ਸਮਝਾ ਦਿੰਦੇ ਆਪਣੇ ਘਰ ਦਾ ਜੀ ਆ। ਤਾਂ ਮੈਨੂੰ ਤੇ ਜਿਹੜੀ ਆ ਬੋ ਆ ਰਹੀ ਇਹਦੇ ਵਿੱਚੋਂ। ਬਿਲਕੁਲ ਠੀਕ ਹੈ। ਸਿਕੰਦਰ ਸਿੰਘ ਮਲੂਕਾ ਜਦੋਂ ਖੁੱਲ ਕੇ ਬੋਲਦੇ ਆ, ਇੰਜ ਲੱਗਦਾ ਹੈ ਉਹਨਾਂ ਦੀ ਸਾਰੀ ਬੋਲਬਾਣੀ ਚ ਜਿਵੇਂ ਉਹ ਰੈਪੀਟੀਸ਼ਨ ਕਰ ਰਹੇ ਆ ਬਾਰ-ਬਾਰ, ਇੱਕ ਲੰਬੀ ਵੀਡੀਓ ਬਾਰ-ਬਾਰ, ਔਰ ਉਹ ਇੰਜ ਲੱਗ ਰਿਹਾ ਜਿਵੇਂ ਜੋ ਦੱਸਿਆ ਗਿਆ ਉਹਦੇ ਅਨੁਸਾਰ ਉਹਦੇ ਦੁਆਲੇ ਦੁਆਲੇ ਘੇਰੇ ਘੇਰੇ ਘੁੰਮਦੇ ਆ। ਲੇਕਿਨ ਅਸੀਂ ਲੋਕਾਂ ਨੇ ਇਸ ਚੀਜ਼ ਨੂੰ ਅਸਮਾਨ ਤੇ ਚੱਕ ਲਿਆ ਕਿ ਲੋ ਮਲੂਕਾ ਸਾਹਿਬ ਨੇ ਸੁਖਬੀਰ ਬਾਦਲ ਦੀ ਜਿਹੜੀ ਭਾਈਵਾਲੀ ਆ, ਵਜ਼ਾਰਤ ਵਿੱਚ ਆਪਣਾ ਘਰ ਦਾ ਜੀ ਹੈ, ਉਸ ਵੱਡੀ ਭਾਈਵਾਲੀ ਦੇ ਖਿਲਾਫ ਮੋਰਚਾ ਖੋਲਤਾ। ਇਹ ਨਹੀਂ ਦੇਖਿਆ ਕਿ ਇਹ ਮੋਰਚਾ ਹੋ ਸਕਦਾ ਹੈ ਕਿ ਜਦੋਂ ਆਪਣਾ ਵਜਨ ਘਟਦਾ ਹੋਵੇ, ਕੱਦ ਘਟ ਰਿਹਾ ਹੋਵੇ, ਆਪਣੀ ਸੁਣਵਾਈ ਘੱਟ ਹੋ ਰਹੀ ਹੋਵੇ, ਕੋਈ ਮਸਲੇ ਨਾ ਨਜਿੱਠੇ ਜਾ ਰਹੇ ਹੋਣ, ਤੇ ਫਿਰ ਕਿਸੇ ਵੇਲੇ ਵੱਡੀ ਧਿਰ ਨੂੰ ਵੀ ਦਿਖਾਉਣਾ ਪੈਂਦਾ ਕਿ ਕੋਈ ਨਹੀਂ, ਸਾਡੇ ਬੰਦੇ ਵੀ ਹੁਣ ਬੋਲਣ ਲੱਗ ਪਏ ਨੇ, ਮੈਂ ਚੁੱਪ ਕਿੱਦਾਂ ਕਰਾਵਾਂ, ਤੁਸੀਂ ਸਾਡੀ ਸੁਣਦੇ ਤੇ ਹੈ ਨਹੀਂ। ਕੱਲ ਨੂੰ ਉਹ ਤੁਹਾਡੀ ਗੱਲ ਟੋੜਾ ਸਾਹਿਬ ਵਾਲੀ ਵੀ, ਇੱਧਰ ਵੀ ਆਪਣਾ ਬੰਦਾ ਉੱਧਰ ਵੀ ਆਪਣਾ, ਦੂਜੇ ਨੂੰ ਕਹਿਣਾ ਕੋਈ ਨਹੀਂ ਮੈਂ ਚੁੱਪ ਕਰਾ ਲੈਣਾ, ਸਮਝਾ ਲੈਣਾ ਜੀ, ਜਾਂ ਅੰਦਰ ਦਬਾਅ ਤੇ ਹੈ ਹੀ ਆ ਜੀ, ਤਣਾਅ ਤੇ ਹੈ ਹੀ ਆ ਜੀ, ਆ ਦੇਖੋ ਜੀ ਕਿਸਾਨੀ ਦਾ ਸਾਡਾ ਮਸਲਾ ਜੀ, ਇਹ ਜਿਹੜੇ ਤੁਸੀਂ ਲਗਾਤਾਰ ਡੀਜ਼ਲ ਦੇ ਰੇਟ ਵਧਾਈ ਜਾਂਦੇ ਹੋ ਹੈ ਤੇ ਮਾੜਾ। ਦੇਖੋ ਸਰਦਾਰ ਸਾਹਿਬ ਇੱਕ ਚੀਜ਼ ਬਹੁਤ ਕਲੀਅਰ ਆ, ਅਸੀਂ ਇਸ ਮੰਚ ਤੋਂ ਇਹ ਗੱਲ ਬੜੇ ਦਾਅਵੇ ਨਾਲ ਕਹਿੰਦੇ ਆ ਕਿ ਜਿੰਨੀਆਂ ਵੀ ਇਹਨਾਂ ਦਿਨਾਂ ਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਉਹਨਾਂ ਦੇ ਵਿੱਚ ਸਭ ਤੋਂ ਤਿੱਖੀ ਤੇ ਤੀਖਣ ਸੀ ਡੀਜ਼ਲ ਔਰ ਪੈਟਰੋਲ ਦੇ ਰੇਟ ਵਧਾਉਣਾ। ਲਾਕਡਾਊਨ ਦੇ ਦੌਰਾਨ ਜਦੋਂ ਪੂਰੀ ਦੁਨੀਆ ਦੇ ਵਿੱਚ ਰੇਟ ਘਟੇ ਹੋਏ ਸੀ, ਸਾਡੀ ਸਰਕਾਰ ਪਿਛਲੇ ਕਈ ਦਿਨਾਂ ਤੋਂ 9-10 ਦਿਨ ਤੋਂ ਲਗਾਤਾਰ ਉਹਦੇ ਚ ਇਜ਼ਾਫਾ ਕਰ ਰਹੀ ਹੈ। ਫਿਰ ਅਸੀਂ ਜੇ ਮੋਟੇ ਤੌਰ ਤੇ ਵੀ ਦੇਖਦੇ ਹਾਂ ਤੇ GST ਲਾਤੀ ਸਾਰੇ ਦੇਸ਼ ਦੇ ਵਿੱਚ,
ਲੇਕਿਨ ਜਿਹੜੀਆਂ ਇਹ ਜ਼ਰੂਰੀ ਕਮੋਡਿਟੀ ਸੀਗੀਆਂ, ਜਿਹੜੀਆਂ ਖਾਸ ਤੌਰ ਤੇ ਕਿਸਾਨੀ ਤੋਂ ਲੈ ਕੇ ਆਵਾਜਾਈ ਤੱਕ ਸਭ ਜਗ੍ਹਾ ਕੰਮ ਆਉਣੇ ਸੀ, ਇਹ ਪੈਟਰੋਲੀਅਮ ਪਦਾਰਥ, ਉਹਨਾਂ ਨੂੰ ਜੀਐਸਟੀ ਦੇ ਘੇਰੇ ਤੋਂ ਸ਼ਾਇਦ ਬਾਹਰ ਰੱਖ ਲਿਆ। ਫਿਰ ਉਹਨਾਂ ਨੂੰ ਅਖਤਿਆਰ ਦੇ ਦਿੱਤੇ ਕਿ ਉਹ ਮੰਡੀ ਨਾਲ ਜੋੜ ਦਿਓ, ਇੰਟਰਨੈਸ਼ਨਲ ਮਾਰਕੀਟ ਨਾਲ ਜੋੜ ਦਿਓ, ਜਿਵੇਂ ਜਿਵੇਂ ਫਲਕਚੁਏਸ਼ਨ ਹੋਏਗੀ ਉਵੇਂ ਉਵੇਂ ਰੇਟ ਵਧਣ ਘਟਣਗੇ। ਲੇਕਿਨ ਜਦੋਂ ਘਟਾਉਣ ਦੀ ਵਾਰੀ ਆਈ ਆ, ਕਹਿੰਦੇ ਆ ਜੀ ਇਹ ਤਾਂ 1 ਮਹੀਨੇ ਬਾਅਦ ਉੱਥੋਂ ਦਾ ਫਰਕ ਇੱਥੇ ਪੈਂਦਾ, ਜਦੋਂ ਨੂੰ 1 ਮਹੀਨਾ ਆਉਂਦਾ ਹੈ ਉਦੋਂ ਨੂੰ ਉੱਥੇ ਫਿਰ ਚੜ ਜਾਂਦੇ ਆ, ਉਹ ਮਹੀਨਾ ਵਿੱਚੋਂ ਮਾਈਨਸ ਹੋ ਜਾਂਦਾ। ਸੋ ਇਹ ਇੱਕ ਵੈਸੇ ਇਹ ਬੜੀ ਮਾੜੀ ਗੱਲ ਹੋਈ ਕਿ ਡੀਜ਼ਲ ਪੈਟਰੋਲ ਦੇ ਰੇਟ ਵਧਾਏ ਗਏ, ਆਮ ਇਨਸਾਨ ਤੇ ਬੋਝ ਪਿਆ, ਕਿਸਾਨੀ ਤੇ ਬੋਝ ਪਿਆ। ਕਿਸਾਨੀ ਤੇ ਬੋਝ ਪੈਣ ਦਾ ਮਤਲਬ ਹੈ ਕਿ ਪੂਰੀ ਮਾਰਕੀਟ ਤੇ ਬੋਝ ਪਿਆ। ਲੇਕਿਨ ਸਵਾਲ ਤੇ ਹੈ ਨਾ ਕਿ ਜਦੋਂ ਤੁਸੀਂ ਖੁਦ ਕਿਸਾਨਾਂ ਦੇ ਹੱਕ ਦੇ ਵਿੱਚ ਧਰਨੇ ਦੇ ਰਹੇ ਹੋ ਜੀ, ਤੁਸੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਰਹੇ ਹੋ, ਉਸ ਵੇਲੇ ਤੁਹਾਡਾ ਮੰਗ ਪੱਤਰ ਦੇਖਿਆ ਜਾਵੇ ਤੇ ਉਹ ਮੰਗ ਪੱਤਰ ਕਿਹਦੇ ਖਿਲਾਫ ਹੈ? ਉਹ ਮੰਗ ਪੱਤਰ ਤੁਹਾਡਾ ਕੇਂਦਰ ਦੇ ਖਿਲਾਫ ਨਹੀਂ ਹੈ। ਉਸ ਮੰਗ ਪੱਤਰ ਦੇ ਵਿੱਚ ਇਹ ਡੀਜ਼ਲ ਦੇ ਰੇਟ ਕਿਉਂ ਨਹੀਂ ਹੈ? ਉਸ ਮੰਗ ਪੱਤਰ ਦੇ ਵਿੱਚ ਪੈਟਰੋਲ ਦੇ ਰੇਟ ਕਿਉਂ ਨਹੀਂ ਹੈ? ਤੁਸੀਂ ਥੋੜਾ ਜਿਹਾ ਹੋਰ ਪਿਛਾਂ ਜਾਓ। ਮੈਨੂੰ ਯਾਦ ਹੈ ਕਿ ਕੱਲ ਮੈਂ ਅਖਬਾਰ ਦੇ ਵਿੱਚ ਪੜ੍ਹ ਰਿਹਾ ਸਾਂ, ਜਲੰਧਰ ਤੋਂ ਬਕਾਇਦਾ ਸੋਹਣੀ ਅਖਬਾਰ ਹੈ, ਚੰਗਾ ਉਹਦਾ ਆਪਣਾ ਖੇਤਰ ਹੈ। ਉਹ ਕਹਿ ਰਿਹਾ ਕਿ ਜਿਹੜੀ ਝੋਨੇ ਦੀ ਲਵਾਈ ਆ, ਕਹਿੰਦਾ ਪੰਜਾਬ ਦੇ ਵਿੱਚ 30 ਤੋਂ ਲੈ ਕੇ 31 ਲੱਖ ਹੈਕਟੇਅਰ ਦੇ ਵਿੱਚ ਝੋਨਾ ਲੱਗਦਾ ਹੈ ਹਰ ਸਾਲ, ਔਰ ਇਸ ਝੋਨੇ ਦੀ ਲਵਾਈ ਤੇ ਜਿਹੜਾ ਲੇਬਰ ਦਾ ਖਰਚਾ ਆਉਂਦਾ ਕੱਲਾ ਜੀ, ਉਹ 2500 ਰੁਪਏ ਪਰ ਏਕੜ ਹੈ ਇਸ ਵੇਲੇ ਜੀ। ਔਰ ਇਹ ਸਾਰਾ ਜਿਹੜਾ ਟੋਟਲ ਸਰਮਾਇਆ ਆ 1875 ਕਰੋੜ ਰੁਪਈਆ ਕਿਸਾਨੀ ਨੂੰ ਸਿਰਫ ਹਰ ਸਾਲ ਝੋਨੇ ਦੀ ਲਵਾਈ ਲਈ ਚਾਹੀਦਾ। ਨਹੀਂ, ਇਸ ਵਾਰੀ ਜ਼ਿਆਦਾ ਜੇ ਕਿਉਂਕਿ ਜਿਹੜੀ ਲੇਬਰ ਸੀ ਬਾਹਰੋਂ ਆਈ, ਮਾਈਗ੍ਰੇਟਰੀ ਲੇਬਰ, ਉਹ ਨਹੀਂ ਆਈ, ਉਹ ਵਾਪਸ ਨਹੀਂ ਮੁੜੇ ਬਹੁਤੇ। ਸੋ ਇਸ ਵਾਰੀ ਜਿਹੜੇ ਲੋਕਲ ਲੇਬਰ ਸੀ ਉਹਨੇ ਕਿਸਾਨ ਨਾਲ ਫਸ ਕੇ ਕਿਹਾ ਵੀ ਯਾਰ ਫਸਿਆ ਕਿੱਧਰ ਜਾਏਗਾ, 7500 ਤੋਂ ਰੇਟ ਸ਼ੁਰੂ ਹੋਇਆ, ਸਾਡਾ ਹੱਕ ਇੱਥੇ ਰੱਖ। ਉਹਨਾਂ ਨੇ ਨਿੱਠ ਕੇ, ਭਾਵੇਂ ਭਾਈਚਾਰੇ ਵੀ ਸੀਗੇ, ਭਾਵੇਂ ਰੋਜ਼ ਦੀਆਂ ਸਾਂਝਾਂ ਸੀ, ਲੇਕਿਨ ਉਹਨਾਂ ਨੇ ਰੇਟ ਉਹੀ ਲਏ ਜੋ ਮਨਮਰਜ਼ੀ ਦੇ ਸੀ। ਹਾਂ, ਕਿਸਾਨੀ ਨੂੰ ਬੇਸ਼ੱਕ ਇਹ ਭਾਰ ਪਿਆ ਹੈ, ਲੇਕਿਨ ਇਹਦੇ ਵਿੱਚ ਕੁਝ ਉਹਨਾਂ ਲੋਕਾਂ ਦਾ ਵੀ ਸਾਹ ਸੌਖਾ ਹੋਇਆ ਜਿਹੜੇ ਲੋਕ ਬੜੀ ਦੇਰ ਤੋਂ ਲਾਕਡਾਊਨ ਕਰਕੇ 2-3 ਮਹੀਨੇ ਤੋਂ ਦਿਹਾੜੀਆਂ ਰੁਜ਼ਗਾਰ ਦੇ ਵਸੀਲਿਆਂ ਤੋਂ ਬੇਵਸ ਸੀਗੇ। ਉਹਨਾਂ ਨੂੰ ਵੀ ਸੁੱਖ ਦਾ ਸਾਹ ਆਇਆ ਕਿ ਕਿਸਾਨ ਨੇ ਇਹਨਾਂ ਦਿਨਾਂ 'ਚ ਫਸਲ ਬੀਜਣੀ, ਝੋਨਾ ਲਾਉਣਾ ਹੀ ਲਾਉਣਾ ਵਾ, ਪਛੇਤਾ ਕਰ ਹੀ ਨਹੀਂ ਸਕਦੇ। ਔਰ ਦੂਸਰੀ ਗੱਲ ਇਹ ਹੈ ਨਾ ਕਿ ਪਹਿਲਾ ਰੇਟ 7500 ਸ਼ੁਰੂ ਹੋਇਆ, ਫਿਰ 5000 ਤੇ ਆਇਆ, ਫਿਰ 2500 ਤੇ ਆਇਆ, ਲੇਕਿਨ 2500 ਰੁਪਇਆ ਤੁਸੀਂ ਰੇਟ ਤੇ ਗਿਣ ਲਿਆ। ਜਿਹੜੀ ਲੇਬਰ ਨੂੰ ਤੁਸੀਂ 35 ਕਰੋੜ ਰੁਪਇਆ ਖਰਚ ਕੇ ਪੰਜਾਬ ਦੇ ਵਿੱਚੋਂ ਵਾਪਸ ਉਹਨਾਂ ਦੇ ਸੂਬਿਆਂ 'ਚ ਭੇਜਿਆ ਸੀ, ਉਹਨਾਂ ਸੂਬਿਆਂ ਤੋਂ ਵਾਪਸ ਲਿਆਉਣ ਲਈ ਕਿਸਾਨਾਂ ਨੇ ਬਕਾਇਦਾ ਆਪਣੀ ਟਰਾਂਸਪੋਰਟ ਵੀ ਖਰਚੀ ਆ ਨਾ, ਉਹ ਵੀ ਖਰਚੇ ਭਰੇ ਨੇ, ਕਿਉਂ ਨਹੀਂ? ਦੋਹਰੇ ਖਰਚੇ ਪਏ। ਔਰ ਇਸ ਤੋਂ ਇਲਾਵਾ ਜੇ ਵਾਕਿਆ ਹੀ ਅਸੀਂ ਕੇਂਦਰ ਦੇ ਕੋਲ ਸਵਾਲ ਰੱਖ ਰਹੇ ਹਾਂ, ਜਾਂ ਵਾਕਿਆ ਹੀ ਜਿਹੜਾ ਇਸ ਵੇਲੇ ਮਲੂਕਾ ਸਾਹਿਬ ਜਿੱਦਾਂ ਹਾਂ ਦਾ ਨਾਰਾ ਮਾਰਨ ਰਹੇ ਨੇ, ਕਾਂਗਰਸ ਨੂੰ ਕਹਿ ਰਹੇ ਨੇ, ਆਮ ਆਦਮੀ ਪਾਰਟੀ ਨੂੰ ਕਹਿ ਰਹੇ ਨੇ, ਭਾਜਪਾ ਨੂੰ ਕਹਿ ਰਹੇ ਨੇ, ਰੰਧਾਵਾ ਸਾਹਿਬ ਫਿਰ ਇਹ ਸਾਰੇ ਇਕੱਠੇ ਕਿਉਂ ਨਹੀਂ ਹੋ ਕੇ ਬੈਠ ਜਾਂਦੇ ਇੱਕ ਜਗ੍ਹਾ ਤੇ? ਕਮਾਲ ਕਰਦੇ, ਪੰਜਾਬ ਵੀ ਤੇ ਮੰਗਦਾ ਪਿਆ ਨਾ। ਨਹੀਂ, ਉਹਨਾਂ ਨੇ ਸਿਆਸਤ ਨਹੀਂ ਕਰਨੀ, ਤੁਹਾਨੂੰ ਲੱਗਦਾ ਹੈ ਵੀ ਉਹ ਇੱਕੋ ਮੋਰਚੇ ਤੇ ਚਲੇ ਜਾਣ? ਕਮਾਲ ਕਰੀ ਜਾਂਦੇ ਹੋ। ਅਗਲੇ ਤਾਂ ਹਾੜ ਸਿਆਲ ਢੀਕਦੇ ਪਏ ਆ, ਉਹ ਤਾਂ ਕੈਪਟਨ ਨੂੰ ਕਹਿ ਕੇ ਥੱਕ ਗਏ, ਵਰਕਰਾਂ ਨੂੰ ਕਹਿ ਕੇ ਥੱਕ ਗਏ ਵੀ ਦੇਖੋ ਇਹਨਾਂ ਨੂੰ ਕਹਿੰਦੇ ਵਰਕਰਾਂ ਨੂੰ ਤਿਆਰੀ ਕਰੀ ਜਾਓ, ਕਪਤਾਨ ਨੂੰ ਸੁਣਾਈ ਜਾਂਦੇ ਵੀ ਭਾਈ ਆਪਣਾ ਜਿਹੜਾ ਜੁੱਲੀ ਬਿਸਤਰਾ ਉਹ 2 ਸੀਜ਼ਨ ਹੋਰ ਰੱਖ ਲੈ, ਇਸ ਤੋਂ ਬਾਅਦ ਨਾ ਸੋਚੀ। ਲੇਕਿਨ ਸਵਾਲ ਤੇ ਹੈ ਨਾ ਕਿ ਜਦੋਂ ਕੈਪਟਨ ਸਾਹਿਬ ਕਹਿ ਰਹੇ ਨੇ ਕਿ 18000 ਕਰੋੜ ਦੇ ਦਿਓ, ਉਹ ਕਹਿੰਦੇ ਲੈ ਲਓ, ਕਹਿੰਦੇ 12000 ਕਰੋੜ ਹੋਰ ਦੇ ਦਿਓ, ਉਹ ਕਹਿੰਦੇ ਨੇ ਕਿ ਨਹੀਂ, ਸ਼ਰਤਾਂ ਸਹਿਤ। ਸ਼ਰਤ ਕੀ ਆ ਕਿ ਤੁਸੀਂ ਸਬਸਿਡੀ ਨਹੀਂ ਦੋਗੇ, ਜਿਹੜਾ ਸਾਡੇ ਕੋਲ ਕਰਜ਼ਾ ਲੈ ਰਹੇ ਹੋ ਇਹ ਸਬਸਿਡੀ ਵੰਡਣ ਲਈ ਨਹੀਂ ਹੈ। ਹੁਣ ਉਸ ਵੇਲੇ ਤੁਸੀਂ ਨਹੀਂ ਬੋਲਦੇ, ਜਦੋਂ ਉਹ ਕਹਿ ਰਹੇ ਨੇ ਕਿ 80000 ਕਰੋੜ ਚਾਹੀਦਾ ਸਾਡੇ ਲਈ, ਜੋ ਤਾਲਾਬੰਦੀ ਦੇ ਦੌਰਾਨ, ਜੋ ਲਾਕਡਾਊਨ ਦੇ ਜੋ ਕਰੋਨਾ ਨੂੰ ਲੈ ਕੇ ਜਿਹੜਾ ਸਾਡੇ ਬੋਝ ਪਿਆ ਉਹ ਮਟੇਰੀਏ, ਉਦੋਂ ਤੁਸੀਂ ਨਹੀਂ ਬੋਲਦੇ ਪਏ। ਲੇਕਿਨ ਤੁਹਾਨੂੰ ਸਿਰਫ ਇੱਕ ਨੁਕਤਾ ਯਾਦ ਹੈ ਕਿ ਡੀਜ਼ਲ ਦਾ ਰੇਟ ਵੱਧ ਗਿਆ। ਸੁਣੋ ਗੱਲ ਪਤਾ ਕੀ ਹੈ, ਨੁਕਤਾ ਜਾਇਜ਼ ਆ, ਮੈਂ ਰਿਪੀਟ ਕਰਾਂ, ਨੁਕਤਾ ਜਾਇਜ਼ ਆ, ਮਸਲਾ ਠੀਕ ਉਠਾਇਆ, ਠੀਕ ਸਮੇਂ ਤੇ ਉਠਾਇਆ, ਮੇਣਾ ਠੀਕ ਮਾਰਿਆ, ਨਹੋਰੇ ਠੀਕ ਮਾਰਿਆ। ਸਿਕੰਦਰ ਸਿੰਘ ਮਲੂਕਾ ਨੇ ਚੰਗਾ ਕੀਤਾ, ਚੰਗਾ ਵਿਅਕਤੀਗਤ ਤੌਰ ਤੇ ਚੰਗਾ ਕੀਤਾ, ਲੇਕਿਨ ਹੁਣ ਸੋਚਣ ਵਾਲੀ ਗੱਲ ਆ ਕਿ ਇਹ ਚੰਗਾ ਜਿਹਨੇ ਕਰਵਾਇਆ ਉਹਦਾ ਤੇ ਨਾਂ ਹੀ ਹੈ ਨਹੀਂ। ਅਗਲੇ
ਸੁਖਬੀਰ ਸਿੰਘ ਬਾਦਲ ਨੇ ਕਹਿ ਕੇ ਸਾਰਾ ਕੰਮ ਕਰਾਇਆ ਤੇ ਤੁਸੀਂ ਸਰਦਾਰ ਸਾਹਿਬ, ਤੁਸੀਂ ਤੇ ਤੁਹਾਡੇ ਵਰਗੇ ਜਿੰਨੇ ਵੀ ਸੀਨੀਅਰ ਲੋਕ ਆ ਜਰਨਲਿਜ਼ਮ ਦੇ, ਉਹਨਾਂ ਨੇ ਚੱਕ ਕੇ ਭੋਰਾ ਜਿੰਨਾ ਵੀ ਉਹਨੂੰ ਕ੍ਰੈਡਿਟ ਨਾ ਦਿੱਤਾ। ਅਗਲਾ ਦਿਮਾਗ ਖਰਚ ਕਰਦਾ ਰਿਹਾ, ਬੰਦਾ ਖੜਾ ਕਰਦਾ ਰਿਹਾ, ਏਡੀ ਸਪਰੈਡ ਕਰਾਈ ਵੀਡੀਓ, ਲੇਕਿਨ ਉਹ ਸਪਰੈਡ ਉਲਟੇ ਪਾਸੇ ਨੂੰ, ਉਹੀ ਨਾ ਜਦੋਂ ਕਹਿੰਦੇ ਹੁੰਦੇ ਆ ਬਈ ਜੇ ਦਿਨ ਮਾੜੇ ਹੋਣ ਤੇ ਊਠ ਤੇ ਚੜੇ ਨੂੰ ਕੁੱਤਾ ਵੱਢ ਜਾਂਦਾ। ਗੱਲ ਚੰਗੀ ਨਹੀਂ ਵੈਸੇ, ਮੈਂ ਤੁਹਾਨੂੰ ਦੱਸਾਂ ਤੁਹਾਡੇ ਲਈ। ਇਹ ਮੈਨੂੰ ਲੱਗਦਾ ਸਰਦਾਰ ਸਾਹਿਬ ਦਾ ਨੈਟਵਰਕ ਥੋੜਾ ਟੇਢਾ ਮੇਢਾ ਹੋਇਆ, ਅਸੀਂ ਗੱਲ ਨੂੰ ਅੱਗੇ ਤੋਰੀ ਰੱਖਦੇ ਹਾਂ। ਗੱਲ ਬਹੁਤ ਕਲੀਅਰ ਆ ਕਿ ਜਦੋਂ ਸੁਖਬੀਰ ਸਿੰਘ ਬਾਦਲ ਇਹ ਜਮਾ ਘਟਾਓ ਕਰ ਰਹੇ ਹੋਣਗੇ ਕਿ ਭਾਈਵਾਲ ਪਾਰਟੀ ਆ, ਸਾਡੇ ਖੇਤਰੀ ਹਿੱਤਾਂ ਦਾ ਧਿਆਨ ਨਹੀਂ ਰੱਖਦੀ, ਸਾਡੇ ਹਿੱਤ ਕਿਸਾਨੀ ਨਾਲ ਜੁੜਿਆ, ਅਸੀਂ ਲੋਕਾਂ ਨੂੰ ਮੂੰਹ ਕੀ ਵਿਖਾਉਣਾ, ਹਰ ਮੁੱਦੇ ਤੇ ਚੁੱਪ ਜਿਹੜੀ ਸਾਜ਼ਿਸ਼ੀ ਲੱਗਦੀ ਆ, ਹਰ ਮੁੱਦੇ ਤੇ ਚੁੱਪ ਜਿਹੜੀ ਆ ਉਹ ਲੋਕਾਂ ਦੇ ਵਿੱਚ ਨੀਵਾਂ ਪਾਉਂਦੀ ਆ। ਫਿਰ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਕੋਈ ਹੋਰ ਚਿਹਰਾ ਬਣਾ ਕੇ ਇਹ ਗੱਲ ਅੱਗੇ ਤੋਰੀ। ਲੇਕਿਨ ਗੱਲ ਤੁਰਨ ਤੋਂ ਪਹਿਲਾਂ ਇਹ ਘਰ ਵੱਲ ਨੂੰ, ਜਿੱਦਾਂ ਕਹਿੰਦੇ ਨਾ, ਜੇ ਗੇਂਦ ਕੰਧ 'ਚ ਮਾਰੋ ਤੇ ਉਹ ਮੱਥੇ ਚਾਣ ਕੇ ਵੱਜਣ ਨੂੰ ਫਿਰੇ, ਉਹ ਗੱਲ ਹੋਈ। ਲੇਕਿਨ ਚਾਹੀਦਾ ਤੇ ਇਹ ਸੀ ਨਾ, ਜੇ ਵਾਕਈ ਹੀ ਇਹਦਾ ਦਰਦ ਹੈ, ਜੇ ਵਾਕਈ ਹੀ ਡੀਜ਼ਲ ਦੇ ਰੇਟ ਘਟਾਉਣੇ ਸੀ ਤੇ ਫਿਰ ਮਿੰਟ ਤੇ 2 ਲੱਗਦੇ ਸੀ ਜੀ। ਕਿ ਘਰ ਦਾ ਜੀ ਸੀ, ਕੇਂਦਰ ਦਾ ਮੰਤਰੀ ਸੀ, ਇੱਕ ਟੈਲੀਫੋਨ ਹੀ ਕਰਨਾ ਸੀ ਨਾ ਕਿ ਭਾਈ ਸਾਡੇ ਪੰਜਾਬ ਨੂੰ ਛੋੜ ਦੇ ਦਿਓ। ਵਾਹ ਵਾਹ। ਤੇ ਜੇ ਹੁਣ ਆਈ ਵੀ ਬਾਕੀਆਂ ਨੇ ਸਿਰ ਆਪਣੇ ਗੱਲ 'ਚ ਪਾਉਣਾ ਸੀ, ਸਾਡੇ ਗੱਲ 'ਚ ਸਿਰਾ ਨਹੀਂ ਪਾਉਣਾ। ਸਰਦਾਰ ਜੀ ਜੇ ਅੱਗੇ ਕੋਈ ਛੋਟਾ ਦਵਾਈਆਂ ਹੋਣ ਤੇ ਵੀ ਮੰਨ ਲੈਂਦੇ, ਜੇ ਅਗਲਿਆਂ ਨੇ ਅੱਗੇ ਕੋਈ ਮੰਨੀ ਹੋਵੇ ਤੇ ਵੀ ਮੰਨ ਲੈਂਦੇ। ਗੱਲ ਇਹ ਆ ਕਿ ਜਦੋਂ ਸੌਦੇ ਤੇ ਇਹ ਹੋਏ ਹੋਣ ਕਿ ਸਾਡੀ ਜਿਹੜੀ ਆ ਕੁਰਸੀ ਕਾਇਮ ਰਹਿਣੀ ਚਾਹੀਦੀ ਹੈ, ਬਾਕੀ ਜੋ ਮਰਜ਼ੀ ਜਿੱਥੇ ਮਰਜ਼ੀ ਖੂ ਖਾਤੇ 'ਚ ਜਾਵੇ। ਦੂਜਾ ਸਵਾਲ ਇਹ ਆ ਕਿ ਜਦੋਂ ਸਾਡੇ ਲੋਕ ਸਰਦਾਰ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਬੜੇ ਉੱਚੀ ਸੁਰ ਦੇ ਵਿੱਚ ਇਹ ਗੱਲ ਕਹਿ ਰਹੇ ਸੀਗੇ ਕਿ ਮਲੂਕਾ ਸਾਹਿਬ ਦੇ ਕਹਿਣ ਦੇ ਅਰਥ ਕੀ ਨੇ, ਉਹ ਕਹਿੰਦੇ ਜੀ ਸਾਡੀ ਤਾਂ ਭਾਈਵਾਲ ਪਾਰਟੀ ਹੈ ਜਾਂ ਸਾਡੀ ਸਰਕਾਰ ਹੈ, ਆਮ ਆਦਮੀ ਬੋਲੇ, ਕਾਂਗਰਸ ਕਿਉਂ ਨਹੀਂ ਬੋਲਦੀ। ਉਸ ਵੇਲੇ ਇਹ ਵੇਖਣਾ ਜ਼ਰੂਰ ਬਣਦਾ ਸੀਗਾ, ਕਿਉਂਕਿ ਅਸੀਂ ਇਨ ਡੈਪਥ ਨਹੀਂ ਜਾਣਦੇ, ਸਾਨੂੰ ਤੁਰੰਤ ਸੁਰਖੀ ਬਣਾਉਣੀ ਆ, ਸਾਨੂੰ ਤੁਰੰਤ ਖਬਰ ਚਾਹੀਦੀ ਆ, ਸਾਨੂੰ ਤੁਰੰਤ ਲੋਕਾਂ ਦੀ ਉਹਦੇ ਤੇ ਰਿਐਕਸ਼ਨ ਚਾਹੀਦੀ ਆ। ਲੇਕਿਨ ਇਹ ਅਸੀਂ ਭੁੱਲ ਜਾਂਦੇ ਆ ਕਿ ਸਰਦਾਰ ਸਿਕੰਦਰ ਸਿੰਘ ਮਲੂਕਾ ਕਬੱਡੀ ਕੱਪ ਤੋਂ ਲੈ ਕੇ ਪਿਛਾਂਹ ਨੂੰ ਉਹਨਾਂ ਦਾ ਆਪਣਾ ਕਾਰਜਕਾਲ, ਉਹਨਾਂ ਦਾ ਵੱਖ-ਵੱਖ ਮੌਕਿਆਂ ਤੇ ਉਹਨਾਂ ਦਾ ਬੋਲਣਾ, ਢੀਂਡਸਿਆਂ ਵਾਲੀ ਸਟੇਜ ਦੇ ਉੱਤੇ ਜਾ ਕੇ ਸੰਗਰੂਰ ਦੇ ਵਿੱਚ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ, ਜੇ ਇਹ ਅੰਦਰ ਦੀਆਂ ਜਾਣਨ ਵਾਲੇ ਜਾਣਦੇ ਹੋਣ ਜਾਂ ਥੋੜਾ ਜਿਹਾ ਵੀ ਮਿਹਨਤ ਕਰ ਲੈਣ ਤੇ ਉਹ ਸਮਝ ਸਕਦੇ ਆ ਕਿ ਸਿਕੰਦਰ ਸਿੰਘ ਮਲੂਕਾ ਸੋਚ ਹੀ ਨਹੀਂ ਸਕਦੇ ਕਿ ਉਸ ਪਰਿਵਾਰ ਦੀ ਇੱਛਾ ਤੋਂ ਬਿਨਾਂ ਇੱਕ ਲਫ਼ਜ਼ ਵੀ ਬੋਲਣ, ਜਾਂ ਤੇ ਕੋਈ ਟਰੈਕ ਰਿਕਾਰਡ ਰਿਹਾ ਹੋਵੇ। ਸੋ ਇਹ ਮੈਨੂੰ ਲੱਗਦਾ ਕਿ ਇਹ ਗਲਤੀ ਬਾਰ-ਬਾਰ ਅਸੀਂ ਕੀਤੀ ਹੈ ਜੀ। ਲੇਕਿਨ ਜਿਹੜੇ ਸਿਕੰਦਰ ਸਿੰਘ ਮਲੂਕਾ ਜਿਹੜੇ ਨੇ, ਉਹ ਇੱਕ ਐਸੀ ਢਾਲ ਨਹੀਂ ਬਾਦਲ ਪਰਿਵਾਰ ਦੀ ਕਿ ਬਾਦਲ ਪਰਿਵਾਰ ਵੱਲ ਕੋਈ ਵੱਟਾ ਜਾਂ ਢੀਮ ਹੋਣੀ ਤੇ ਦੂਰ ਦੀ ਗੱਲ, ਜੇ ਕੋਈ ਕੈਰੀ ਅੱਖ ਨਾਲ ਦੇਖੇ ਵੀ ਤੇ ਮੇਰਾ ਖਿਆਲ ਬਠਿੰਡਾ ਜ਼ਿਲ੍ਹੇ ਦੇ ਵਿੱਚ, ਉਸ ਜ਼ਿਲ੍ਹੇ ਅਗਰ ਸਭ ਤੋਂ ਜ਼ਿਆਦਾ ਮੀਡੀਆ ਦੇ ਖਿਲਾਫ ਕਿਸੇ ਖਬਰ ਨੂੰ ਲੈ ਕੇ ਪਰਚੇ ਦਰਜ ਕਰਾਉਣ ਵਾਲੇ ਤੇ ਸਿਕੰਦਰ ਸਿੰਘ ਮਲੂਕਾ ਹੀ ਨਹੀਂ ਉਹ। ਅੱਛਾ, ਮੈਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ, ਮੈਨੂੰ ਇੱਕ ਲਾਈਨ ਲੈ ਕੇ ਕਹਿ ਦੇਣਾ ਜੀ ਬਸ ਜੀ ਭਾਜਪਾ ਦੇ ਖਿਲਾਫ ਬੋਲ ਪਏ ਜੀ, ਆਪਣੀ ਪਾਰਟੀ ਦੇ ਖਿਲਾਫ ਬੋਲੇ ਜੀ, ਇਹ ਕੋਈ ਹਜਮ ਨਹੀਂ ਹੁੰਦੀ ਗੱਲ। ਨਹੀਂ, ਮੈਨੂੰ ਦੇਖੋ ਪਰਚੇ ਕਰਾਉਣ ਵਾਲੀ ਗੱਲ ਮੈਨੂੰ ਯਾਦ ਨਹੀਂ, ਕਿਉਂਕਿ ਇਹ ਪੋਲੀਟੀਸ਼ੀਅਨਸ ਦਾ ਇੱਕ ਤੌਰ ਤਰੀਕਾ ਹੈ, ਮੈਂ ਉਹਦੇ ਚ ਨਿੱਜੀ ਤੌਰ ਤੇ ਜਾਣਾ ਨਹੀਂ ਚਾਹੁੰਦਾ, ਔਰ ਮੈਨੂੰ ਇਹਦੇ ਬਾਰੇ ਪਤਾ ਵੀ ਨਹੀਂ ਕਿ ਉਹਨਾਂ ਦੀ ਉਹ ਕਾਰਜਸ਼ੈਲੀ ਕਿਹੋ ਜੀ। ਲੇਕਿਨ ਮੈਂ ਇਸ ਬਿਆਨ ਨੂੰ ਲੈ ਕੇ ਬੜਾ ਹੀ ਅਗਰੈਸਿਵ ਸੀਗਾ, ਔਰ ਮੈਂ ਇਹਨੂੰ ਸਮਝਣ ਦਾ ਯਤਨ ਕੀਤਾ, ਵੱਖ-ਵੱਖ ਅਕਾਲੀ ਦਲ ਦੀ ਦੂਜੀ ਤੀਜੀ ਕਤਾਰ ਦੇ ਲੀਡਰਾਂ ਨਾਲ ਸੰਪਰਕ ਵੀ ਕੀਤਾ, ਫਿਰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਕਿ ਮਲੂਕਾ ਸਾਹਿਬ ਦਾ ਐਟੀਟਿਊਡ ਕੀ ਆ, ਉਹ ਪਿਛਲੇ ਦਿਨਾਂ ਤੋਂ ਕਿਵੇਂ ਦੀ ਸਰਗਰਮੀ ਕਰ ਰਹੇ ਆ, ਜੋ ਉਹਨਾਂ ਨੇ ਕਿਹਾ ਉਹਦੇ ਕੀ ਅਰਥ ਹੋ ਸਕਦੇ ਆ। ਜਿਹੜੇ ਸਿਆਸੀ ਵਿਸ਼ਲੇਸ਼ਕ ਹੈ ਉਹਨਾਂ ਨਾਲ ਰਾਬਤਾ ਬਣਾਇਆ, ਔਰ ਮੈਂ ਕੋਈ 3-4 ਘੰਟੇ, ਤੁਹਾਡੇ ਨਾਲ ਵੀ ਤੁਸੀਂ ਜਾਣਦੇ ਹੀ ਹੋ, 3-4 ਘੰਟੇ ਦੀ ਇਸ ਪੁੱਟ ਸਿੱਧ ਤੋਂ ਬਾਅਦ ਇਸ ਸਿੱਟੇ ਤੇ ਅਸੀਂ ਪਹੁੰਚੇ ਕਿ ਮਲੂਕਾ ਸਾਹਿਬ ਸਿਰਫ ਇੱਕ ਚਿਹਰਾ ਸੀ, ਪਿੱਛੋਂ ਤਾਰ ਹਲਾਈ ਗਈ ਸੀ। ਭਾਈਵਾਲਾ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਸੀਗੀ ਕਿ ਜੇਕਰ ਤੁਸੀਂ ਸਾਨੂੰ ਨਹੀਂ ਸੁਣੋਗੇ ਤੇ ਫਿਰ ਅਸੀਂ ਰੌਲਾ ਪਾਵਾਂਗੇ, ਚੀਕਾਂ ਮਾਰਾਂਗੇ, ਫਿਰ ਤੁਸੀਂ ਸਾਨੂੰ ਕਹੋਗੇ ਚੀਕਾਂ ਕਿਉਂ ਮਾਰਦੇ ਹੋ, ਫਿਰ ਅਸੀਂ ਤੁਹਾਨੂੰ ਦੱਸਣ ਆਵਾਂਗੇ, ਇਸ ਕਰਕੇ ਸਾਨੂੰ ਸੁਣ ਲਿਆ ਕਰੋ ਭਾਈ, ਸਾਡੀਆਂ ਚੀਕਾਂ ਨਾ ਕਢਾਇਆ ਕਰੋ, ਸਾਨੂੰ ਸੁਣ ਲਿਆ ਕਰੋ, ਜੇ ਨਾਲ ਰੱਖਣਾ, ਸਾਡੇ ਸ਼ਰੀਕਾਂ ਨਾਲ ਜੱਫੀ ਪਾਉਂਦੇ ਹੋ ਸਾਨੂੰ ਤਕਲੀਫ ਹੁੰਦੀ ਹੈ, ਸਾਡੇ ਸ਼ਰੀਕਾਂ ਨੂੰ ਮਿਲਦੇ ਹੋ ਸਾਨੂੰ ਗੁੱਸਾ ਆਉਂਦਾ ਵਾ, ਅਸੀਂ ਤੁਹਾਡੇ ਹੋਏ ਮਰ ਗਏ, ਅਸੀਂ ਸਟੇਟ ਦੇ ਸਾਰੇ ਹਿੱਤ ਪਿੱਛੇ ਰੱਖ ਕੇ ਤੁਹਾਡੇ ਨਾਲ ਰਹੇ, ਅਸੀਂ ਸਦਾ ਤੁਹਾਨੂੰ ਸਪੋਰਟ ਕੀਤਾ, ਭਾਵੇਂ ਸਾਡੀ ਵਿਚਾਰਧਾਰਾ ਵੀ ਪਰੇਸ਼ਾਨ ਹੁੰਦੀ ਰਹੀ, ਸਾਡੀ ਵਿਚਾਰਧਾਰਾ ਦਾਅ ਤੇ ਲੱਗਦੀ ਰਹੀ, ਸਾਡਾ ਅਕਾਲੀ ਦਲ ਦਾ ਇਤਿਹਾਸ ਭਾਵੇਂ ਪੁੱਠਾ ਸਿੱਧਾ ਹੁੰਦਾ ਰਿਹਾ, ਅਸੀਂ ਤੁਹਾਡੇ ਨਾਲ ਯਾਰੀ ਨਿਭਾਈ, ਸਾਥ ਦਿੱਤਾ, ਬਿਨਾਂ ਸ਼ਰਤ ਦਿੱਤਾ। ਤੁਹਾਨੂੰ ਵੀ ਚਾਹੀਦਾ ਕਿ ਸਾਡਾ ਮੁੱਲ ਪਾਓ, ਅਸੀਂ ਕਿਹੜਾ ਕੋਈ ਬਹੁਤਾ ਮੰਗਦੇ ਆ,
ਜੇ ਕਿਤੇ ਵਾਕਈ ਬੁਲਾਉਣਾ ਸੀ, ਵਾਕਈ ਸਹਿਯੋਗ ਮੰਗਣਾ ਸੀ, ਤੇ ਫਿਰ ਮਲੂਕਾ ਸਾਹਿਬ ਦੱਸ ਹੀ ਦਿੰਦੇ ਕਿ ਪਿਛਲੇ ਦਿਨੀ ਤਾਲੇਬੰਦੀ ਦੇ ਦੌਰਾਨ ਪੰਜਾਬ ਦੇ ਵਿੱਚ ਜਿਹੜੇ ਨਸ਼ਿਆਂ ਤੋਂ ਗ੍ਰਸਤ ਲੋਕ ਸੀ 5,44,000 ਲੋਕਾਂ ਨੇ ਰਜਿਸਟਰ ਕਰਾਇਆ ਗਵਰਨਮੈਂਟ ਕੋਲ ਆਨਲਾਈਨ ਕਿ ਸਾਡਾ ਨਸ਼ਾ ਛੱਡਣਾ ਹੈ। ਔਰ ਉਹਦੇ ਚੋਂ 1,29,000 ਲੋਕ ਐਸੇ ਨੇ ਜਿਹੜੇ ਬਿਲਕੁਲ ਹੀ ਨਸ਼ੇ ਤੋਂ ਤੋਬਾ ਕਰਨੀ ਚਾਹੁੰਦੇ ਨੇ। ਬਹੁਤ ਵੱਡਾ ਅੰਕੜਾ ਕਿ ਪੰਜਾਬ ਦੇ ਵਿੱਚ 5,44,000 ਲੋਕ ਨਸ਼ੇ ਦਾ ਪੀੜਤ ਹੋਣ। ਚਾਹੀਦਾ ਤੇ ਸੀ ਕੇਂਦਰ ਨੂੰ ਕਹਿੰਦੇ ਵੀ ਨਹੀਂ, ਆਖਰਕਾਰ ਇਹ ਜਿਹੜੇ 5,44,000 ਲੋਕ ਨਸ਼ਾ ਖਾ ਰਹੇ ਆ ਇਹਦਾ ਪਤਾ ਤੇ ਕਰ ਦਿਓ। ਕਿ ਦੂਜੀਆਂ ਭਾਈਵਾਲਾਂ ਨੂੰ ਕਹਿੰਦੇ, ਵਾਕਈ ਕਹਿਣਾ ਚਾਹੀਦਾ ਸੀ ਆਮ ਆਦਮੀ ਪਾਰਟੀ ਨੂੰ, ਕਾਂਗਰਸ ਨੂੰ ਕਹਿੰਦੇ, ਭਾਜਪਾ ਨੂੰ ਕਹਿੰਦੇ ਯਾਰ ਇਕੱਠੇ ਹੋ ਕੇ ਚਲੋ ਆਪਣੀ ਜਵਾਨੀ ਬਚਾ ਲਓ। 5,44,000 ਦਾ ਅੰਕੜਾ ਕੋਈ ਛੋਟਾ ਨਹੀਂ ਹੈ। ਲੇਕਿਨ ਇੱਧਰ ਨਹੀਂ ਆਉਣਾ ਸੀ। ਉਧਰ ਪਹਿਲਾਂ ਕਿਸਾਨੀ ਦੀਆਂ ਮੰਗਾਂ ਵੱਖਰੀਆਂ, ਇੱਧਰ ਕਿਸਾਨੀ ਦੀਆਂ ਮੰਗਾਂ ਵੱਖਰੀਆਂ, ਤੇ ਰਹਿ ਕੇ ਮਲੂਕਾ ਸਾਹਿਬ ਦੇ ਹਿੱਸੇ ਕੀ ਛੋਟਾ ਜਿਹਾ ਪੀਸ ਦਿੱਤਾ ਕਿ ਚਲੋ ਤੁਸੀਂ ਇਹਦੇ ਤੇ ਸੁਰ ਕੱਢੋ, ਤੇ ਜੇ ਸੁਰ ਸੀਟ ਬੈਠ ਗਈ ਠੀਕ ਹੈ, ਨਹੀਂ ਤੇ ਕਵਾਂਗੇ ਜੀ ਵਾਕਈ ਲੱਗ ਗਈ ਸੀ, ਗਲਤ ਲੱਗ ਗਈ ਥੋੜੀ ਬਹੁਤੀ। ਨਹੀਂ, ਸਾਡੇ ਪੰਜਾਬੀ ਵੀ ਜਜ਼ਬਾਤੀ ਬੜੀ ਛੇਤੀ ਹੋ ਜਾਂਦੇ ਆ, ਉਹ ਸਮਝਣ ਲੱਗ ਪੈਂਦੇ ਆ ਕਿ ਹਾਂ ਵੀ ਪਤਾ ਨਹੀਂ ਕੀ ਹੋ ਗਿਆ ਜੀ, ਇਹ ਤੇ ਅੰਦਰ ਬੜਾ ਕੁਝ ਰਿੱਝਣ ਡਿਆ, ਬੜੀ ਬੇਚੈਨੀ ਆ, ਬੜਾ ਕੁਝ ਹੋ ਰਿਹਾ। ਲੇਕਿਨ ਅਗਲਿਆਂ ਨੇ ਵੀ ਸਿਆਸਤ ਕਰਨੀ ਆ, ਘਰੋਂ ਉਹ ਕੁਝ ਛੋਲੇ ਵੇਚਣ ਤਾਂ ਆਏ ਨਹੀਂ, ਉਹਨਾਂ ਨੇ ਵੀ ਤਾਂ ਕੋਈ ਤੌਰ ਤਰੀਕੇ ਅਪਣਾਉਣੇ ਆ। ਔਰ ਜ਼ਰੂਰੀ ਨਹੀਂ ਕਿ ਹਰ ਤੌਰ ਤਰੀਕਾ ਬਿਲਕੁਲ ਜਲੇਬੀ ਵਰਗਾ ਸਿੱਧਾ ਹੀ ਹੋਵੇ, ਉਹ ਕਿਤੇ ਵਿੰਗ ਵਲੇਵਿਆਂ ਵਾਲਾ ਵੀ ਹੋ ਸਕਦਾ। ਰੰਧਾਵਾ ਸਾਹਿਬ ਜੋ ਕੁਝ ਰਿੱਝਿਆ ਆ, ਫੇਸਬੁੱਕ ਤੇ ਰਿੱਝ ਪਿਆ, YouTube ਤੇ ਰਿੱਝ ਪਿਆ, ਜ਼ਮੀਨੀ ਪੱਧਰ ਤੇ ਕੁਝ ਨਹੀਂ ਰਿੱਝਿਆ ਨਾ। ਸੁਨੇਹਾ ਜ਼ਰੂਰ ਗਿਆ, ਜਿੰਨੇ ਸਰਕਾਰਾਂ ਦੀਆਂ ਏਜੰਸੀਆਂ ਨੇ ਉਹਨਾਂ ਨੇ ਸੁਨੇਹਾ ਪੁੱਜਤਾ ਕਰਤਾ ਹੋਣਾ ਜੀ ਕਿ ਲੋ ਤੁਹਾਡੇ ਵੱਲ ਇਹ ਸੰਦੇਸ਼ ਆ ਗਿਆ ਜੀ, ਦੇਖੋ ਹੁਣ ਇਹਨੂੰ ਕਿੱਦਾਂ ਪੜਨਾ ਹੈ, ਕਿਉਂਕਿ ਡੀ ਕੋਡ ਦੇ ਉੱਤੇ ਜਾ ਕੇ ਹੋਣਾ ਨਾ। ਨਹੀਂ, ਅਗਲੇ ਡੀ ਕੋਡ ਕਈ ਵਾਰੀ ਪਤਾ ਕੀ ਹੁੰਦਾ ਜੀ, ਉਹ ਕਈ ਵਾਰੀ ਹੁੰਦਾ ਹੈ ਕਿ ਕੋਈ ਹਿੱਸਾ ਜਾਂ ਕੋਈ ਐਕਟੀਵਿਟੀ ਉਹ ਕਹਿੰਦੇ ਅੱਖਾਂ ਮੀਟ ਲੋ, ਉਹ ਜਦੋਂ ਕਿਤੇ ਕੋਈ ਬੇਮਾਨੇ ਹੋ ਜੇ, ਬੇਅਰਥ ਹੋ ਜੇ, ਉਹਦੇ ਵੱਲ ਫੇਰ ਬਹੁਤੀ ਨਜ਼ਰ ਵੀ ਨਹੀਂ ਜਾਂਦੀ। ਕਹਿੰਦੇ ਉਹ ਪਰਲੀ ਨੌਕਰ ਛੱਡੋ, ਉਹਦਾ ਕੀ ਜਾਣ, ਉਹਦਾ ਨਾ ਕੋਈ ਫਾਇਦਾ ਨਾ ਨੁਕਸਾਨ, ਹੈ ਨਾ। ਉਹ ਤੁਸੀਂ ਇੱਕ ਪੁਰਾਣੀ ਪੰਜਾਬ ਦੀ ਕਹਾਵਤ ਹੈ ਨਾ ਕਿ ਤੇਰੀ ਦੀ ਹੋਮਿਓਪੈਥੀ ਦੀ ਦਵਾਈ ਹੈ। ਅਗਲੇ ਸੋਚਦੇ ਆ ਕਿ ਮਾਸਸ ਜਿਹੜੇ ਸੀ ਉਹ ਇਹਨਾਂ ਤੋਂ ਖਿਸਕ ਗਏ, ਅਕਾਲੀਆਂ ਨੂੰ ਨੁਕਸਾਨ ਤੇ ਹੋਏ। ਬੀਜੇਪੀ ਦੀ ਨਜ਼ਰ ਦੇ ਵਿੱਚ ਉਹ ਵੁੱਕ ਤੇ ਇਸ ਕਰਕੇ ਵੀ ਘਟੀ ਕਿ ਜਿਹੜੀ ਘੱਟ ਗਿਣਤੀ ਦਾ ਉਹ ਇੱਕ ਤਰ੍ਹਾਂ ਦਾ ਚਿਹਰਾ ਇਹਨਾਂ ਨੂੰ ਲੈ ਕੇ ਚੱਲਦੇ ਸੀਗੇ। ਉਹਨਾਂ ਨੂੰ ਇਹ ਅੰਦਾਜ਼ਾ ਹੋ ਗਿਆ ਦਿੱਲੀ ਦੀ ਵਿਧਾਨ ਸਭਾ ਇਲੈਕਸ਼ਨ 'ਚ ਕਿ ਇਹਨਾਂ ਦੇ ਨਾਲ ਹੁਣ ਬਹੁ ਗਿਣਤੀ ਉਹ ਭਾਈਚਾਰਾ ਨਹੀਂ ਰਿਹਾ, ਸਿੱਖ ਭਾਈਚਾਰਾ ਪਿਛਾਂਹ ਹਟਿਆ ਬੇਅਦਬੀ ਮਾਮਲਿਆਂ ਤੋਂ ਬਾਅਦ। ਸੋ ਮੈਨੂੰ ਇੰਝ ਲੱਗਦਾ ਕਿ ਏਜੰਸੀਆਂ ਦੀ ਰਿਪੋਰਟ ਵੀ ਜਿਹੜੀ ਆ ਉਹ ਉਦਾਂ ਹੀ ਕਿਤੇ ਪੇਪਰ 'ਚ ਪਈ ਰਹਿੰਦੀ ਹੋਣੀ ਆ। ਅਗਲੇ ਕਹਿੰਦੇ ਹੋਣੇ ਚਲੋ ਛੱਡੋ, ਬਾਅਦ 'ਚ ਦੇਖ ਲਾਂਗੇ ਜੀ, ਅਜੇ ਕੋਈ ਬਹੁਤੀ ਹਿਲਜੁਲ ਨਹੀਂ, ਨਾਲੇ ਫਰਕ ਨਹੀਂ ਪੈਂਦਾ। ਜਿੱਦਾਂ ਇਹ ਕਹਿੰਦੇ ਨਾ ਜੀ, ਉਹ ਮੈਨੂੰ ਨਿਧੜਕ ਸਿੰਘ ਬਰਾੜ ਦੀ ਗੱਲ ਯਾਦ ਆ। ਉਸ ਦਿਨ ਮੇਰੇ ਨਾਲ ਇੱਕ ਸਪੈਸ਼ਲ ਗੱਲਬਾਤ 'ਚ ਉਹਨਾਂ ਨੇ ਕਹੀ ਸੀ, ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਅਕਸਰ ਕਹਿੰਦੇ ਜਦੋਂ ਕੋਈ ਚਲੇ ਜਾਂਦਾ ਸਾਨੂੰ ਫਰਕ ਨਹੀਂ ਪੈਂਦਾ ਜੀ। ਮੈਨੂੰ ਲੱਗਦਾ ਇਹਨਾਂ ਦੇ ਭਾਈਵਾਲ ਵੀ ਆਂਦੇ ਹੋਣੇ ਚਲੋ ਛੱਡੋ ਜੀ, ਕੀ ਫਰਕ ਪੈਂਦਾ। ਬਿਲਕੁਲ, ਇਹ ਜਿਹੜਾ ਇਹ ਸਿਆਸੀ ਐਸਾ ਇੱਕ ਡਾਇਲੌਗ ਆ ਜਿਹੜਾ ਕਿ ਹਰ ਸਿਆਸੀ ਪਾਰਟੀ ਉਦੋਂ ਬੋਲਦੀ ਆ ਜਦੋਂ ਕੋਈ ਚਲੇ ਜਾਂਦਾ, ਲੇਕਿਨ ਜਦੋਂ ਉਹਦੇ ਜਾਣ ਦੇ ਨਾਲ ਕੋਈ ਨੁਕਸਾਨ ਹੁੰਦਾ ਤੇ ਫੇਰ ਕਹਿ ਦਿੰਦੇ ਕਿ ਜਿਹੜੇ ਗਿਲੇ ਸ਼ਿਕਵੇ ਸੀ ਉਹ ਦੂਰ ਹੋ ਗਏ। ਲੇਕਿਨ ਮਲੂਕਾ ਸਾਹਿਬ ਦੀ ਜਿਹੜੀ ਸਮੁੱਚੀ ਇਬਾਰਤ ਹੈ, ਜਿਹੜੀ ਉਹਨਾਂ ਨੇ ਪੜ੍ਹੀ ਆ ਤੁਹਾਡੇ ਕਹਿਣ ਤੋਂ ਕਿ ਬਾਰ-ਬਾਰ ਉਹਨੂੰ ਰਿਪੀਟ ਕੀਤਾ ਗਿਆ, ਦੁਹਰਾਇਆ ਗਿਆ ਇੱਕ ਹੀ ਗੱਲ ਨੂੰ, ਉਹ ਕੋਈ ਮਜ਼ਬੂਤ ਸਕ੍ਰਿਪਟ ਨਹੀਂ ਹੈ। ਨਹੀਂ ਗਲਤ, ਉਹ ਮਜ਼ਬੂਤ ਨਹੀਂ ਹੈ, ਬਿਲਕੁਲ ਬਹੁਤ ਹੀ ਕਾਲੀ ਦੇ ਵਿੱਚ ਕੀਤਾ ਗਿਆ, ਲਿਆ ਗਿਆ ਸਟੈਪ ਆ। ਬਸ ਜਿੱਦਾਂ ਕਿਤੇ ਅਚਨਚੇਤ ਤੇ ਬੈਠ ਗਏ ਤੇ ਕੋਈ ਆ ਗਿਆ ਕੈਮਰਾ ਸਾਹਮਣੇ, ਲਓ ਜੀ ਚਲੋ ਕਰੋ ਸ਼ੁਰੂ, ਤੇ ਕਰ ਦਿੱਤਾ ਗਿਆ। ਹਾਂ, ਇੱਕ ਚੀਜ਼ ਹੀ ਉਹਦੀ ਮਜ਼ਬੂਤੀ ਆ ਕਿ ਸਕ੍ਰਿਪਟ ਦੇ ਸ਼ੁਰੂ ਵਿੱਚ ਤੇ ਅਖੀਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਾ ਜ਼ੋਰ ਦੇ ਕੇ ਬੋਲੀ ਗਈ ਹੈ। ਨਹੀਂ, ਇਹ ਤਾਂ ਰਵਾਇਤ ਇਹ ਬਣਦੀ ਵੀ ਪਿਆਰੀ ਹੈ, ਸਾਰੇ ਸਿੱਖਾਂ ਲਈ ਜ਼ਰੂਰੀ ਹੈ। ਮੈਂ ਜਿੱਦਾਂ ਅਸੀਂ ਨਹੀਂ ਕਿਸੇ ਵੇਲੇ ਇੱਕ ਦੂਜੇ ਨੂੰ ਗੱਲ ਸਮਝਾਉਂਦੇ, ਅੱਧੀ ਕੁ ਸਮਝਾ ਦਿੰਦੇ ਆ ਤੇ ਇਹ ਆਸ ਕਰ ਲੈਂਦੇ ਵੀ ਅਗਲਾ ਸਮਝ ਹੀ ਗਿਆ ਹੋਣਾ। ਮੈਨੂੰ ਲੱਗਦਾ ਵੀ ਉਧਰੋਂ ਵੀ ਫੋਨ ਆਇਆ ਹੋਣਾ ਵੀ ਮਲੂਕਾ ਸਾਹਿਬ ਇੰਜ ਕਰ ਲਓ। ਮਲੂਕਾ ਸਾਹਿਬ ਨੇ ਅੱਧੀ ਕੁ ਸੁਣ ਕੇ ਕਹਿਣਾ ਹਾਂ ਸਮਝ ਆ ਗਈ ਪ੍ਰਧਾਨ ਸਾਹਿਬ, ਗੱਲ ਕੋਈ ਨਹੀਂ ਜੀ, ਨੇਰੀ ਲਿਆ ਦਿੰਦੇ ਆ। ਪਤਾ ਲੱਗਿਆ ਵੀ ਨੇਰੀ ਤੇ ਆਈ ਨਹੀਂ, ਨਿੱਕੇ ਮੋਟੇ ਪੱਤੇ ਹਿੱਲੇ, ਉਹ ਵੀ ਮੀਡੀਆ ਵਾਲੇ। ਚਲੋ ਦੇਖੋ, ਇੱਕ ਸੁਨੇਹਾ ਤੇ ਜ਼ਰੂਰ ਗਿਆ ਆ। ਤੁਸੀਂ ਮੇਰੀ ਜਾਚੇ ਜੇ ਇਹ ਵਾਕਿਆ ਹੀ ਸੁਨੇਹਾ ਆ ਤੇ ਇਹਦਾ ਜਵਾਬ ਵੀ ਆਉਣਾ ਬਣਦਾ, ਤੇ ਕੱਲ ਤੱਕ ਵੱਡੇ ਘਰੋਂ ਆਪ ਬੋਲਣਗੇ, ਹੁਣ ਲਾਈਵ ਹੋਣਗੇ। ਮੇਰਾ ਖਿਆਲ ਜੇ ਕੋਈ ਬਹੁਤਾ ਅਸਰ ਨਾ ਹੋਇਆ ਤੇ ਸੁਖਬੀਰ ਸਿੰਘ ਬਾਦਲ ਇਹਨੂੰ ਅਡੈਪਟ ਕਰਨਗੇ, ਇਹ ਸਟੇਟਮੈਂਟ ਆਪ ਦੇਣਗੇ
ਤੇ ਵੱਡੀ ਪ੍ਰੈਸ ਕਾਨਫਰੰਸ ਕਰਕੇ ਵੀ ਦੇ ਸਕਦੇ ਆ ਕਿ ਜਿਹੜੇ ਇਹ ਤੇਲ ਦੀਆਂ ਕੀਮਤਾਂ ਨੇ, ਇਹ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਵਾ, ਇਹ ਕਿਸਾਨੀ ਮਰ ਰਹੀ ਆ, ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੇ ਹਿੱਸੇ ਦੀ ਜਿਹੜੀ ਟੈਕਸ ਆ ਉਹ ਕਿਉਂ ਨਹੀਂ ਛੱਡਦਾ? ਜੇ ਕੇਂਦਰ ਜ਼ਿਆਦਤੀ ਕਰ ਰਹੀ ਆ ਤੇ ਉਹ ਕਰੀ ਜਾਵੇ, ਸਟੇਟ ਤੇ ਸਾਡੀ ਆ, ਕੈਪਟਨ ਅਮਰਿੰਦਰ ਸਿੰਘ ਛੱਡੇ। ਸੋ ਬੜਾ ਜ਼ੋਰ ਦੇ ਕੇ ਇਹਨਾਂ ਚੀਜ਼ਾਂ ਦੇ ਉੱਤੇ ਗੱਲ ਹੋ ਸਕੂਗੀ, ਸ਼ਾਇਦ ਇਹ ਆਸ ਕੀਤੀ ਜਾਂਦੀ। ਔਰ ਬਕਾਇਦਾ ਡਾਕਟਰ ਦਲਜੀਤ ਸਿੰਘ ਚੀਮਾ ਬੁਲਾਰੇ ਨੇ ਆਪਣੇ, ਔਰ ਉਧਰੋਂ ਆਪਣਾ ਜਿਹੜੇ ਚੰਦੂ ਮਾਜਰਾ ਸਾਹਿਬ ਨੇ। ਲੇਕਿਨ ਜੇ ਗੱਲ ਵਾਕਈ ਹੋਣੀ ਆ ਤੇ ਫਿਰ ਇਹ ਵੀ ਐਲਾਨ ਹੋ ਸਕਦਾ ਕਿ ਇੱਕ 3 ਮੈਂਬਰੀ ਵਫਦ ਜਿਹੜਾ ਆ ਉਹ ਜਾ ਰਿਹਾ ਤੇ ਦਿੱਲੀ ਜਿਹੜਾ ਮਿਲੇਗਾ ਪੈਟਰੋਲੀਅਮ ਮੰਤਰੀ ਨੂੰ, ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਮਿਲੇਗਾ, ਪੈਟਰੋਲੀਅਮ ਮੰਤਰੀ ਨੂੰ ਮਿਲੇ ਨਾ ਮਿਲੇ, ਹੋ ਸਕਦਾ ਮਿਲ ਵੀ ਲਵੇ। ਅੱਛਾ, ਦੂਜੀ ਗੱਲ, ਇੱਕ ਹੋਰ ਗੱਲ ਦੱਸਦੇ ਆ ਜਿਹੜੀ ਮੈਨੂੰ ਨਜ਼ਰ ਆ ਰਹੀ ਆ ਕਿ ਇਹਦੇ ਲਈ ਸਿਕੰਦਰ ਸਿੰਘ ਮਲੂਕਾ ਸ਼ਾਇਦ ਇਸ ਕਰਕੇ ਵੀ ਚੁਣੇ ਗਏ ਹੋ ਸਕਦੇ ਆ ਕਿਉਂਕਿ ਉਹ ਕਿਸਾਨ ਵਿੰਗ ਦੇ ਨਵੇਂ ਥਾਪੇ ਮੁਖੀ ਆ, ਤੇ ਕਿਸਾਨ ਵਿੰਗ ਦੇ ਮੁਖੀ ਦੀ ਡਿਊਟੀ ਵੀ ਬਣਦੀ ਕਿ ਕਿਸਾਨੀ ਮਸਲਿਆਂ ਤੇ ਬੋਲੇ। ਲੇਕਿਨ ਮਲੂਕਾ ਸਾਹਿਬ ਜਦੋਂ ਬੋਲ ਰਹੇ ਸੀਗੇ, ਉਹਨਾਂ ਦੀ ਸਕ੍ਰਿਪਟ ਜਿਹੜੀ ਆ ਉਹ ਸੱਚਮੁੱਚ ਹੀ, ਕਿਉਂਕਿ ਉਹਨਾਂ ਨੂੰ ਬਹੁਤ ਵਾਰੀ ਉਹ ਸੇਮ ਗੱਲਾਂ ਬਾਰ-ਬਾਰ ਕਰਨੀਆਂ ਪਈਆਂ, ਤੇ ਖੈਰ ਜਦੋਂ ਬੰਦਾ ਬੋਲਦਾ ਰਹਿੰਦਾ ਵਾ ਤੇ ਫਿਰ ਠੀਕ ਹੋ ਜਾਂਦਾ। ਅਸੀਂ ਚਾਹਾਂਗੇ ਕਿ ਸਿਕੰਦਰ ਸਿੰਘ ਮਲੂਕਾ ਹਰ ਹਫ਼ਤੇ ਦਹੀਂ ਦਿਨੀ ਕੋਈ ਨਾ ਕੋਈ ਇਸ ਤਰ੍ਹਾਂ ਦੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਰਹਿਣ, ਤਾਂ ਕਿ ਉਹਨਾਂ ਦਾ ਵੀ ਜਿਹੜਾ ਗਲੇ ਦਾ ਜੰਗਾਲ ਉਤਰਦਾ ਰਵੇ, ਪੰਜਾਬੀਆਂ ਨੂੰ ਵੀ ਅਹਿਸਾਸ ਹੁੰਦਾ ਰਵੇ ਕਿ ਅਕਾਲੀ ਦਲ ਅਜੇ ਵੀ ਉਹ ਪੁਰਾਣੀ ਪਾਰਟੀ ਵਰਗਾ ਚਿਹਰਾ ਮੋਹਰਾ ਜਿਹੜੀ ਕਦੇ ਇਸ ਖਿੱਤੇ ਲਈ ਲੜਦੀ ਸੀਗੀ। ਸੋ ਸਰਦਾਰ ਸਾਹਿਬ ਬਹੁਤ ਮਿਹਰਬਾਨੀ, ਪੰਜਾਬ ਦੇ ਲੋਕੋ ਐਵੇਂ ਕਾਲੀ ਨਾ ਕਰਿਆ ਕਰੋ, ਇੱਥੇ ਜੋ ਵਾਪਰਦਾ ਸਿਆਸਤ ਵਾਲਾ ਵਾਪਰਦਾ ਹੈ, ਸਿਆਸਤ ਤੁਹਾਡੇ ਹੱਡਾਂ 'ਚ ਰਚ ਗਈ ਹੈ, ਇਹਨੂੰ ਸਮਝਣ ਦਾ ਯਤਨ ਕਰਿਆ ਕਰੋ, ਫਿਰ ਰਿਐਕਟ ਕਰਿਆ ਕਰੋ। ਬਹੁਤ ਮਿਹਰਬਾਨੀ।